गुरु साहिब जी। कबीर मोहि मरने का चाओ है, मरूं ता हर कै द्वार। मत हर पूछै कौन है, परा हमारे कार। ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सब ते वड्डा सतगुर नानक, जिन कल राखी मेरी। परम सन्मानयोग धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮੁਕੱਦਸ ਗੋਦ ਵਿੱਚ ਸੁਭਾਈਮਾਨ ਸਤ ਸੰਗੀ ਜਨੋ ਵਡਭਾਗੇ ਹਾਂ, ਜੋ ਸੰਧਿਆ ਦੇ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਹੋਇਆ ਰੱਬੀ ਇਲਾਹੀ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸਾਂ। ਹੁਣ ਆਓ ਗੁਰਮਤ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰੀਏ। ਸਫਰ ਸ਼ਹਾਦਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇਰੇ ਦਿਨਾਂ ਤੋਂ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ। ਉਸੇ ਲੜੀ ਦੀ ਤਹਿਤ ਆਪਾਂ ਵਿਚਾਰ ਕਰਨੀ ਹੈ। ਵਿਚਾਰ ਆਰੰਭਣ ਤੋਂ ਪਹਿਲਾਂ ਆਓ ਗੁਰਦੇਵ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇਰੇ ਦਿਨਾਂ ਤੋਂ ਆਪਾਂ ਵਿਚਾਰਾਂ ਕਰਦੇ ਆ ਰਹੇ ਹਾਂ। ਅੱਜ ਦੇ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਜੀ ਦਾ ਦੀਵਾਨ ਟੋਡਰ ਮੱਲ ਜੀ ਨੇ ਜਿਸ ਜਗ੍ਹਾ ਉੱਤੇ ਗੁਰਦੁਆਰਾ ਜੋਤੀ ਸਰੂਪ ਹੈ, ਉਸ ਜ਼ਮੀਨ ਨੂੰ ਮਹਿੰਗੇ ਭਾਅ ਖਰੀਦ ਕੇ ਮਾਤਾ ਜੀ ਦਾ ਅਤੇ ਬੱਚਿਆਂ ਦਾ ਸੰਸਕਾਰ ਕੀਤਾ ਹੈ। ਇਹ ਸੇਵਾ ਬਹੁਤ ਵੱਡੀ ਸੇਵਾ ਦੀਵਾਨ ਟੋਡਰ ਮੱਲ ਜੀ ਦੀ ਝੋਲੀ ਵਿੱਚ ਸਤਿਗੁਰੂ ਅਕਾਲ ਪੁਰਖ ਜੀ ਨੇ ਪਾਈ ਹੈ। ਇਹ ਵਿਚਾਰ ਆਪਾਂ ਲੜੀਵਾਰ ਆਉਣ ਵਾਲੇ ਦਿਨਾਂ 'ਚ ਵਿਚਾਰਾਂਗੇ। ਕੱਲ ਆਪਾਂ ਦੀਵਾਨ ਦੀ ਸਮਾਪਤੀ ਇੱਥੇ ਕੀਤੀ ਸੀ। ਸਰਸਾ ਨਦੀ ਗੁਰੂ ਜੀ ਦੇ ਹੁਕਮਾਂ ਦੇ ਨਾਲ ਪਰਿਵਾਰ ਨੇ ਅਤੇ ਸਿੱਖਾਂ ਨੇ ਪਾਰ ਕਰਨ ਦਾ ਯਤਨ ਕੀਤਾ। ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਚੌਂਤਾ ਪਿੰਡ ਕੁੰਮੇ ਮਾਸ਼ਕੀ ਦੇ ਘਰ ਹੁੰਦੇ ਹਨ। ਇੱਥੇ ਰਾਤ ਬਤੀਤ ਕੀਤੀ। ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ, ਉਹਦੇ ਘਰ ਦੇ ਵਿੱਚ ਮਾਤਾ ਜੀ ਅਤੇ ਬੱਚੇ ਜਾਂਦੇ ਹਨ। ਰਾਤ ਨੂੰ ਗੰਗੂ ਬ੍ਰਾਹਮਣ ਨੇ
ਮਾਤਾ ਜੀ ਦੀ ਮੋਹਰਾਂ ਵਾਲੀ ਗੁਰਜ ਜਾਂ ਥੈਲੀ ਨੂੰ ਚੋਰੀ ਕੀਤਾ। ਸਵੇਰੇ ਰੌਲਾ ਪਾਉਂਦਿਆਂ ਹੋਇਆ ਮਰਿੰਡੇ ਥਾਣੇ ਜਾਨੀ ਖਾਂ ਤੇ ਮਾਨੀ ਖਾਂ ਦੇ ਕੋਲ ਬੱਚਿਆਂ ਦੀ ਮਾਤਾ ਜੀ ਦੀ ਸ਼ਿਕਾਇਤ ਕਰਕੇ ਗ੍ਰਿਫਤਾਰ ਕਰਾ ਦਿੱਤਾ। ਜਾਨੀ ਖਾਂ ਤੇ ਮਾਨੀ ਖਾਂ ਨੇ ਆ ਕੇ ਬੱਚਿਆਂ ਨੂੰ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਤੇ ਮਾਤਾ ਜੀ ਨੇ ਇੱਕ ਬਚਨ ਕਿਹਾ ਸੀ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨ ਆਪ। ਜਿਸ ਧਨ ਦੌਲਤ ਦੀ ਖਾਤਰ ਗੰਗੂ ਤੂੰ ਇਹ ਅਪਰਾਧ ਕੀਤਾ ਹੈ, ਸਾਨੂੰ ਗ੍ਰਿਫਤਾਰ ਕਰਾਇਆ ਹੈ, ਇਹ ਧਨ ਦੌਲਤ ਹੀ ਤੇਰੀ ਮੌਤ ਦਾ ਕਾਰਨ ਬਣ ਜਾਵੇਗਾ। ਜਾਨੀ ਖਾਂ ਮਾਨੀ ਖਾਂ ਨੇ ਮਾਤਾ ਜੀ ਨੂੰ ਬੱਚਿਆਂ ਨੂੰ ਮਰਿੰਡਾ ਜੇਲ੍ਹ ਦੇ ਵਿੱਚ ਲਿਆਂਦਾ। ਇਤਿਹਾਸ ਦੇ ਮੁਤਾਬਕ, ਵਿਦਵਾਨਾਂ ਦੀ ਖੋਜ ਦੇ ਮੁਤਾਬਕ, ਕਥਾ ਗੁਰਸੁਤਣ ਦੇ ਲਿਖਾਰੀ ਨੇ ਲਿਖਿਆ ਹੈ ਕਿ ਰਾਤ ਵੀ ਮਾਤਾ ਜੀ ਦੇ ਮੂੰਹ ਦੇ ਉੱਤੇ ਜੋ ਕੱਪੜਾ ਪਾਇਆ ਹੋਇਆ ਸੀ ਗੰਗੂ ਦੇ ਘਰ ਤੋਂ, ਉਹ ਉਤਾਰਿਆ ਨਹੀਂ ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਰਾਤ ਨੂੰ ਬੱਚਿਆਂ ਨੂੰ ਕੁੱਟਿਆ ਹੈ। ਜਦੋਂ ਕੁੱਟਣ ਤੇ ਵੀ ਬੱਚੇ ਨਾ ਮੰਨੇ, ਫਿਰ ਉਹਨਾਂ ਨੂੰ ਫਿਰ ਬੋਰੀਆਂ ਵਿੱਚ ਬੰਦ ਕਰਕੇ ਅਤੇ ਉਹਨਾਂ ਦੀਆਂ ਬੋਰੀਆਂ ਦੇ ਵਿੱਚ ਵੀ ਮਿਰਚਾਂ ਪਾ ਕੇ ਉਹਨਾਂ ਨੂੰ ਤਸ਼ੱਦਦ ਦਿੱਤਾ ਗਿਆ ਹੈ। ਤਸ਼ੱਦਦ ਦੇਣ ਦਾ ਕਾਰਨ ਸੀ ਕਿਉਂਕਿ ਇਹਨਾਂ ਦਾ ਇਰਾਦਾ ਸੀ ਕਿ ਅਸੀਂ ਇੱਥੋਂ ਹੀ ਇਹਨਾਂ ਨੂੰ ਝੁਕਾ ਚੱਲੀਏ, ਇਹਨਾਂ ਨੂੰ ਇਸਲਾਮ ਧਰਮ ਕਬੂਲ ਕਰਵਾ ਲਈਏ ਜਾਂ ਇਹਨਾਂ ਨੂੰ ਆਪਣੇ ਗੁਲਾਮ ਬਣਾ ਲਈਏ, ਜਿਹਦੇ ਕਰਕੇ ਜਦੋਂ ਕੱਲ ਨੂੰ ਵਜ਼ੀਰ ਖਾਨ ਨੂੰ ਖਬਰ ਦੇਣੀ ਹੈ ਤਾਂ ਵਜ਼ੀਰ ਖਾਨ ਖੁਸ਼ ਹੋ ਕੇ ਸਾਡੇ ਅਹੁਦੇ ਵਧਾ ਦੇਵੇਗਾ ਤੇ ਸਾਨੂੰ ਹੋਰ ਵੀ ਧਨ ਦੌਲਤ ਸੰਪਤੀ ਸਾਨੂੰ ਜਿਹੜਾ ਵਾ ਇਨਾਮ ਵਜੋਂ ਦੇ ਦੇਵੇਗਾ। ਜਿਸ ਕਾਰਨ ਉਹਨਾਂ ਨੂੰ ਤਸੀਹੇ ਦਿੱਤੇ ਗਏ ਹਨ। ਸਵੇਰ ਹੋਈ ਤੇ ਜਾਨੀ ਖਾਂ ਤੇ ਮਾਨੀ ਖਾਂ ਨੇ ਬੱਚਿਆਂ ਨੂੰ ਸਰਹੱਦ ਖੜਿਆ ਹੈ। ਉਸ ਵਕਤ ਹਜੇ ਵਜ਼ੀਰ ਖਾਂ ਜਿਹੜਾ ਉਹ ਚਮਕੌਰ ਤੋਂ ਵਾਪਸ ਹੀ ਮੁੜਿਆ ਹੈ, ਕਿਉਂਕਿ 22 ਦਸੰਬਰ ਦਾ ਦਿਨ ਜੰਗ ਹੋਇਆ। ਰਾਤ ਨੂੰ ਗੁਰੂ ਸਾਹਿਬ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਤੇ 23 ਦਸੰਬਰ ਨੂੰ ਇਹ ਫਿਰ ਵਜ਼ੀਰ ਖਾਨ ਸਰਹੱਦ ਦਾ ਨਵਾਬ ਆਪਣਾ ਲਸ਼ਕਰ ਲੈ ਕੇ ਇਹ ਵਾਪਸ ਸਰਹੱਦ ਨੂੰ ਤੁਰਿਆ ਹੈ ਤੇ 2-3 ਦਿਨ ਜਿਹੜੇ ਹਨ ਇਹਨੂੰ ਆਉਂਦਿਆਂ ਹੋਇਆ ਸਰਹੱਦ ਲੱਗ ਗਏ ਹਨ, ਜਿਸ ਕਾਰਨ ਇਧਰ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਖੜਿਆ ਗਿਆ ਕਿਉਂਕਿ ਮਰਿੰਡੇ ਤੋਂ ਤੋੜ ਕੇ ਖੜਿਆ ਹੈ ਤੇ ਰਾਤ ਪੈ ਗਈ ਹੈ। ਜਿਸ ਵਕਤ ਸਰਹੱਦ ਖੜਿਆ ਹੈ ਤਾਂ ਵਜ਼ੀਰ ਖਾਨ ਜਿਹੜਾ ਹੈ ਉਹਨੂੰ ਕੁਝ ਕੀ ਸਮਾਂ ਹੋਇਆ ਹੈ ਜਿਹੜਾ ਸਰਹੱਦ ਪਹੁੰਚੇ ਹੋਏ ਨੂੰ ਤੇ ਕਲਪਿਆ ਹੋਇਆ ਹੈ, ਕਿਉਂਕਿ ਨਿਰਾਸ਼ਤਾ ਹੱਥ ਆਈ ਹੈ, ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗੁਰੂ ਸਾਹਿਬ ਜੀ ਉਹਦੇ ਹੱਥ ਨਹੀਂ ਲੱਗੇ, ਜਿਸ ਕਰਕੇ ਬਹੁਤ ਜ਼ਿਆਦਾ ਇਹ ਉਦਾਸ ਹੈ। ਜਿਸ ਵਕਤ ਜਾਨੀ ਖਾਂ ਮਾਨੀ ਖਾਂ ਆਏ ਅਤੇ ਇਹਨਾਂ ਨੇ ਆ ਕੇ ਦਰਬਾਰ ਵਿੱਚ ਇਹਨੂੰ ਸਲਾਮ ਕਰਕੇ ਇੱਕ ਗੱਲ ਕਹੀ, ਨਵਾਬ ਜੀ ਵਧਾਈ ਹੋਵੇ। ਜਦੋਂ ਇਹਨੂੰ ਵਧਾਈ ਦਿੱਤੀ ਇਹ ਹੋਰ ਜ਼ਿਆਦਾ ਕਲਪ ਉੱਠਿਆ, ਕਿਉਂਕਿ ਆਪਾਂ ਜਾਣਦੇ ਹਾਂ ਜਦੋਂ ਕਿਸੇ ਦਾ ਮਨ ਉਦਾਸ ਹੋਵੇ ਕਿਸੇ ਘਟਨਾ ਕਾਰਨ ਜਾਂ ਉਹਨੂੰ ਕਿਸੇ ਹਾਰ ਦਾ ਸਾਹਮਣਾ ਕਰਨਾ ਪਵੇ ਜਾਂ ਉਹਨੂੰ ਕੋਈ ਅਜਿਹਾ ਅੰਦਰ ਦਾ ਰੋਗ ਲੱਗ ਜਾਵੇ ਜਿਹਦੇ ਨਾਲ ਉਹ ਪਰੇਸ਼ਾਨ ਰਹਿੰਦਾ ਹੋਵੇ ਤੇ ਕੋਈ ਆ ਕੇ ਅਜਿਹੀ ਗੱਲ ਕਰ ਦੇਵੇ ਜਿਹੜੀ ਗੱਲ ਸੁਣਨ ਦੇ ਨਾਲ ਉਹਨੂੰ ਹੋਰ ਗੁੱਸਾ ਆਵੇਗਾ ਤੇ ਉਹ ਮਨੁੱਖ ਅੱਗੇ ਕਦੇ ਵੀ ਹੌਲੀ ਜਾਂ ਚੰਗਾ ਵਚਨ ਨਹੀਂ ਕਵੇਗਾ। ਤੇ ਇਸੇ ਤਰੀਕੇ ਨਾਲ ਹੁਣ ਵਜ਼ੀਰ ਖਾਨ ਹੈ ਜਿਹਨੂੰ ਨਿਰਾਸ਼ਤਾ ਹੱਥ ਲੱਗੀ ਹੈ, ਗੁਰੂ ਸਾਹਿਬ ਜੀ ਹੱਥ ਨਹੀਂ ਲੱਗੇ, ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਧਰੋਂ ਜਾਨੀ ਖਾਨ ਆ ਕੇ ਕਹਿੰਦਾ ਵਧਾਈ ਹੋਵੇ ਤੇ ਕਲਪਦਾ ਹੋਇਆ ਬੋਲਿਆ ਕਾਦੀ ਵਧਾਈ। 8 ਮਹੀਨੇ ਦਾ ਘੇਰਾ ਅਨੰਦਪੁਰ ਸਾਹਿਬ ਨੂੰ ਪਾ ਕੇ ਰੱਖਿਆ, ਗੁਰੂ ਉੱਥੋਂ ਵੀ ਨਿਕਲ ਗਿਆ। ਚਮਕੌਰ 10 ਲੱਖ ਦੇ ਘੇਰੇ ਨਾਲ ਮਾਰਨ ਵਾਸਤੇ ਗਿਆ ਤੇ 10 ਲੱਖ ਦੇ ਘੇਰੇ ਨੂੰ ਤਾੜੀ ਮਾਰ ਕੇ ਲਲਕਾਰ ਕੇ ਨਿਕਲ ਗਿਆ, ਹੱਥ ਵਿੱਚ ਫਿਰ ਨਹੀਂ ਆਇਆ। ਨਿਰਾਸ਼ਤਾ ਝੋਲੀ ਪੈ ਗਈ ਹੈ, ਹਾਰ ਦਾ ਸਾਹਮਣਾ ਕਰਨਾ ਪਿਆ ਤੇ ਤੁਸੀਂ ਮੈਨੂੰ ਵਧਾਈ ਦੇ ਕਾਹਦੀ ਮੈਂ ਤੁਹਾਡੀ ਵਧਾਈ ਲਵਾਂ। ਤੇ ਜਾਨੀ ਖਾਂ ਕਹਿੰਦਾ ਨਵਾਬ ਜੀ
ਗੱਲ ਧਿਆਨ ਦੇ ਨਾਲ ਸੁਣੋ। ਜਿਹੜੀ ਗੱਲ ਤੁਹਾਨੂੰ ਦੱਸਣ ਲੱਗਾ ਵਾ ਤੁਸੀਂ ਵਾਕਈ ਹੀ ਖੁਸ਼ ਹੋ ਜਾਵੋਗੇ ਤੇ ਨਿਰਾਸ਼ਤਾ ਉਦਾਸੀ ਤੁਹਾਡੇ ਮਨ ਵਿੱਚੋਂ ਨਿਕਲ ਜਾਵੇਗੀ। ਨਵਾਬ ਕਹਿਣ ਲੱਗਾ ਦੱਸੋ ਕੀ ਗੱਲ ਆ? ਕਹਿੰਦੇ ਹਨ ਕਿ ਮੰਨਦੇ ਹਾਂ ਕਿ ਗੁਰੂ ਨੂੰ ਤੁਸੀਂ ਘੇਰਾ ਪਾਇਆ ਤੇ ਗੁਰੂ ਤੁਹਾਡੇ ਹੱਥ ਨਹੀਂ ਆਇਆ ਤੇ ਉਹ ਨਿਕਲ ਗਿਆ ਹੈ। ਪਰ ਹੁਣ ਇੱਕ ਤਰੀਕਾ ਹੈ ਗੁਰੂ ਨੂੰ ਝੁਕਾਉਣ ਦਾ, ਗੁਰੂ ਨੂੰ ਫੜਨ ਦਾ। ਉਹ ਤਰੀਕਾ ਇਹ ਹੈ ਕਿ ਅਸੀਂ ਗੁਰੂ ਦੀ ਮਾਂ ਤੇ ਗੁਰੂ ਦੇ ਛੋਟੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਏ ਹਾਂ, ਜਿਸ ਕਾਰਨ ਹੁਣ ਇਹਨਾਂ ਦੇ ਜ਼ਰੀਏ ਆਪਾਂ ਗੁਰੂ ਨੂੰ ਵੀ ਫੜਾਂਗੇ ਤੇ ਗੁਰੂ ਨੂੰ ਝੁਕਾ ਕੇ ਜਾਂ ਮਾਰ ਦਵਾਂਗੇ ਜਾਂ ਇਸਲਾਮ ਧਰਮ ਵਿੱਚ ਲੈ ਆਵਾਂਗੇ। ਪਰ ਅਸਲ ਵਿੱਚ ਵਜ਼ੀਰ ਖਾਨ ਨੂੰ ਇਹ ਨਹੀਂ ਪਤਾ ਕਿ ਜਿਸ ਗੁਰੂ ਨੂੰ ਫੜਨ ਵਾਸਤੇ ਬੱਚਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਜਾਂ ਮਾਤਾ ਜੀ ਦਾ ਸਹਾਰਾ ਲਿਆ ਜਾਣਾ ਹੈ, ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੁਰੂ ਹੈ ਜਿਹੜਾ ਆਪਣੇ ਬੱਚਿਆਂ ਦੀ ਮੌਤ ਲਾਸ਼ ਲਾਗੋਂ ਲੰਘਦਿਆਂ ਹੋਇਆ ਇਹ ਕਹਿ ਰਿਹਾ ਹੈ ਕਿ ਭਾਈ ਦਇਆ ਸਿੰਘ ਇਹ ਮਿੱਟੀ ਦੀ ਢੇਰੀ ਹਨ, ਇਹਨਾਂ ਨਾਲ ਮੋਹ ਪਾਉਣ ਦੀ ਲੋੜ ਕੋਈ ਨਹੀਂ, ਚੱਲ ਆਪਾਂ ਅਗਲੀ ਮੰਜ਼ਿਲ ਨੂੰ ਚੱਲੀਏ। ਉਹਨਾਂ ਨੂੰ ਇਹ ਪਤਾ ਨਹੀਂ ਕਿ ਗੁਰੂ ਮੋਹ ਮਾਇਆ ਤੋਂ ਨਿਰਲੇਪ ਹੈ, ਉਹ ਵਿੱਚ ਗ੍ਰਸਤ ਸਦਾ ਰਹੇ ਉਦਾਸੀ ਜੋ ਕਮਲ ਰਖੈ ਵਿੱਚ ਪਾਣੀ ਹੈ। ਉਹਨਾਂ ਨੂੰ ਇਹ ਪਤਾ ਨਹੀਂ ਕਿ ਗੁਰੂ ਦੀ ਅਵਸਥਾ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਮੁਕਤ ਹੋਵੇ ਗੁਰੂ ਜਿਹੜਾ ਇਸ ਅਵਸਥਾ ਦਾ ਮਾਲਕ ਹੈ। ਇਹਨਾਂ ਨੇ ਬੱਚਿਆਂ ਨੂੰ ਗ੍ਰਿਫਤਾਰ ਕੀਤਾ ਤੇ ਸ਼ਾਮ ਵੇਲੇ ਜਿਹੜਾ ਸਰਹੰਦ ਪਹੁੰਚੇ ਹਨ ਤੇ ਰਾਤ ਨੂੰ ਇਹਨਾਂ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਰੱਖਣ ਵਾਸਤੇ ਇਸ ਵਜ਼ੀਰ ਖਾਨ ਨੇ ਹੁਕਮ ਕੀਤਾ। ਨਾ ਕੋਈ ਰਜਾਈ, ਨਾ ਕੋਈ ਗਰਮ ਕੱਪੜਾ, ਨਾ ਕੋਈ ਜਿਹੜਾ ਬਿਸਤਰਾ ਮੰਜਾ ਤੇ ਖਾਣ ਦਾ ਵੀ ਜਿਹੜੀ ਉਹ ਪਾਬੰਦੀਆਂ ਲਾ ਦਿੱਤੀਆਂ ਹਨ। ਠੰਡੇ ਬੁਰਜ ਵਿੱਚ ਰੱਖਿਆ। ਤੇ ਠੰਡਾ ਬੁਰਜ ਕਿਉਂ ਸੀ? ਕਿਉਂਕਿ ਇਸ ਕਿਲੇ ਦੇ ਲਾਗੋਂ ਇੱਕ ਨਦੀ ਲੰਘਦੀ ਸੀ ਪਾਣੀ ਦੀ ਭਰੀ ਹੋਈ, ਤੇ ਗਰਮੀਆਂ ਦੇ ਦਿਨਾਂ ਵਿੱਚ ਇਹ ਜਿਹੜਾ ਠੰਡਾ ਬੁਰਜ ਸੀ, ਜਿਹਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ, ਇਹ ਇਸ ਹਿਸਾਬ ਨਾਲ ਬਣਾਇਆ ਸੀ ਕਿ ਜਿਹੜਾ ਪਾਣੀ ਸੀ ਉਹ ਇਸ ਬੁਰਜ ਦੇ ਵਿੱਚ ਵੀ ਆਉਂਦਾ ਸੀ, ਇਹਨੂੰ ਟਕਰਾਉਂਦਾ ਵੀ ਸੀ, ਤੇ ਜਦੋਂ ਹਵਾ ਚੱਲਦੀ ਸੀ ਹਵਾ ਉਸ ਪਾਣੀ ਨਾਲ ਸਪਰਸ਼ ਹੋ ਕੇ ਤਾਂ ਇਸ ਬੁਰਜ ਨੂੰ ਜਿਹੜਾ ਵਾ ਠੰਡਿਆ ਕਰਦੇ ਸੀ ਤੇ ਗਰਮੀ ਦੇ ਵਿੱਚ ਗਰਮੀ ਤੋਂ ਰਾਹਤ ਦਿਵਾਉਂਦੀ ਸੀ। ਜਿਸ ਕਰਕੇ ਇਹਨੂੰ ਜਿਹੜਾ ਸਿਆਲ ਕਰਕੇ ਠੰਡਾ ਬੁਰਜ ਨਹੀਂ ਸੀ ਕਿਹਾ ਜਾਂਦਾ, ਇਹ ਗਰਮੀ ਦੇ ਵਿੱਚ ਸਕੂਨ ਦਿਵਾਉਂਦਾ ਸੀ, ਪਾਣੀ ਦੇ ਰਾਹੀਂ ਹਵਾ ਦੇ ਕਰਕੇ ਆਉਂਦਾ ਸੀ ਸਕੂਨ, ਜਿਸ ਕਰਕੇ ਇਹਨੂੰ ਠੰਡਾ ਬੁਰਜ ਕਿਹਾ ਜਾਂਦਾ ਸੀ। ਤੇ ਜਦੋਂ ਵੀ ਕਿਤੇ ਭਾਵੇਂ ਔਰੰਗਜ਼ੇਬ ਹੈ ਤੇ ਭਾਵੇਂ ਕੋਈ ਉੱਚਾ ਹਾਕਮ ਹੈ, ਉਹਨੇ ਦਿੱਲੀ ਤੋਂ ਲਾਹੌਰ ਜਾਣਾ ਤੇ ਲਾਹੌਰ ਤੋਂ ਭਾਵੇਂ ਦਿੱਲੀ ਆਉਣਾ, ਉਹਨਾਂ ਨੇ ਸਰਹੰਦ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਬੈਠ ਕੇ ਆਰਾਮ ਜ਼ਰੂਰ ਕਰਨਾ। ਤੇ ਵਜ਼ੀਰ ਖਾਨ ਨੇ ਜਿਹੜਾ ਗਰਮੀਆਂ ਦੇ ਵਿੱਚ ਪੱਕਾ ਠਿਕਾਣਾ ਇੱਥੇ ਕੀਤਾ ਹੁੰਦਾ ਸੀ, ਜਿਸ ਕਾਰਨ ਇਹਨੂੰ ਠੰਡਾ ਬੁਰਜ ਕਿਹਾ ਜਾਂਦਾ ਹੈ। ਬੱਚਿਆਂ ਨੂੰ ਰਾਤ ਨੂੰ ਉੱਥੇ ਰੱਖਿਆ ਗਿਆ ਤੇ ਉਹ ਪ੍ਰਸ਼ਾਦਾ ਛਕਿਆ ਹੈ ਜਿਹੜਾ ਪ੍ਰਸ਼ਾਦਾ ਕੁੰਭੇ ਮਾਸ਼ਕੀ ਦੇ ਘਰ ਲక్ష్ਮੀ ਬ੍ਰਾਹਮਣੀ ਨੇ ਛਕਾਇਆ ਹੈ। ਅਗਲਾ ਦਿਨ ਤੁਰ ਕੇ ਗੰਗੂ ਦੇ ਘਰ ਗਏ। ਗੰਗੂ ਨੇ ਰਾਤ ਨੂੰ ਉਹ ਪ੍ਰਸ਼ਾਦਾ ਅੱਗੇ ਰੱਖਿਆ ਜਿਹੜਾ ਕੁੱਤੇ ਕਾਂ ਨਹੀਂ ਸੀ ਖਾ ਸਕਦੇ, ਭਾਵ ਕਿ ਉੱਥੇ ਵੀ ਕੁਝ ਨਹੀਂ ਖਾਦਾ। ਅਗਲੇ ਦਿਨ ਤੋਰ ਕੇ ਮੁਰੰਡੇ ਜੇਲ੍ਹ ਵਿੱਚ ਖੜਿਆ ਹੈ। ਦਿਨੇ ਫਿਰ ਕੁਝ ਨਹੀਂ ਮਿਲਿਆ। ਰਾਤ ਨੂੰ ਤਸੀਹੇ ਚੱਲੇ ਹਨ, ਖਾਣ ਨੂੰ ਕੁਝ ਨਹੀਂ ਮਿਲਿਆ। ਅੱਜ ਜਿਹੜਾ ਵਾ ਸਰਹੰਦ ਤੱਕ ਪਹੁੰਚੇ ਹਨ ਤੋਰ ਕੇ, ਰਸਤੇ ਵਿੱਚ ਖਾਣ ਪੀਣ ਨੂੰ ਕੁਝ ਨਹੀਂ ਮਿਲਿਆ ਤੇ ਰਾਤ ਨੂੰ ਫਿਰ ਜਿਹੜਾ ਵਾ ਠੰਡੇ ਬੁਰਜ 'ਚ ਰੱਖਿਆ, ਖਾਣ ਨੂੰ ਫਿਰ ਕੁਝ ਨਹੀਂ ਮਿਲਿਆ। ਕਿਉਂਕਿ ਭੁੱਖ ਇੱਕ ਬਹੁਤ ਵੱਡਾ ਤਸੀਹਾ ਹੈ। ਭੁੱਖ ਦੇ ਅੱਗੇ ਵੱਡਿਆਂ ਦੀਆਂ ਗੋਡੀਆਂ ਲੱਗ ਜਾਂਦੀਆਂ ਹਨ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੁੱਖਾਂ ਦੀ ਗਿਣਤੀ ਕੀਤੀ ਹੈ ਤੇ ਸਤਿਗੁਰੂ ਕਹਿੰਦੇ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੁੱਖ। ਕਹਿੰਦੇ ਇੱਕ ਵਿਛੋੜਾ ਪਰਮਾਤਮਾ ਦਾ ਦੁੱਖ ਹੈ, ਪਰ ਦੂਜਾ ਦੁੱਖ ਹੈ ਭੁੱਖ ਦਾ ਦੁੱਖ। ਤੇ ਇਸ ਭੁੱਖ ਦੇ ਦੁੱਖ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਕਿਸੇ ਕੋਲ ਸੁੰਦਰਤਾ ਹੋਵੇ, ਕਿਸੇ ਕੋਲ ਤਾਕਤ ਹੋਵੇ ਤੇ ਭਾਵੇਂ ਬਹੁਤ ਜ਼ਿਆਦਾ ਮਨੁੱਖ ਚਲਾਕ ਹੋਵੇ, ਇਸ ਭੁੱਖ ਦੇ ਅੱਗੇ ਗੋਡੇ ਟੇਕ ਜਾਂਦਾ, ਉਹਦੀ ਭੁੱਖ ਦੇ ਅੱਗੇ ਪੇਸ਼ ਕੋਈ ਨਹੀਂ ਚੱਲਦੀ। ਕਿਉਂਕਿ ਭੁੱਖ ਦੇ ਲਈ ਇੱਕ ਮਨੁੱਖ ਨੂੰ 3-4 ਦਿਨ ਪ੍ਰਸ਼ਾਦਾ ਨਾ ਮਿਲੇ ਤਾਂ ਉਹ ਵੱਡੇ ਬੰਦੇ ਦਾ ਤਰਲਾ ਲਵੇਗਾ, ਮੈਂ ਤੇਰੀਆਂ 2 ਦਿਹਾੜੀਆਂ 3 ਦਿਹਾੜੀਆਂ ਲਾ ਦਵਾਂਗਾ, ਬਸ 2 ਡੰਗ ਦਾ ਮੈਨੂੰ ਪ੍ਰਸ਼ਾਦਾ ਛਕਾ ਦੇ। ਕਿਉਂਕਿ ਭੁੱਖ ਜਿਹੜੀ ਹੈ ਉਹ ਸਹਾਰੀ ਨਹੀਂ ਜਾ ਰਹੀ। ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਕਬੀਰ ਜੀ ਦਾ ਇੱਕ ਸ਼ਬਦ ਆਉਂਦਾ ਹੈ,
ਉਹਦੇ ਵਿੱਚ ਭਗਤ ਕਬੀਰ ਜੀ ਨੇ ਸੁੰਦਰਤਾ ਦੀ ਗੱਲ, ਉਹਦੇ ਵਿੱਚ ਕਬੀਰ ਜੀ ਨੇ ਤਾਕਤ ਦੀ ਗੱਲ ਤੇ ਚਤੁਰਾਈ ਦੀ ਗੱਲ ਕੀਤੀ ਹੈ। ਤੇ ਭੁੱਖ ਦੇ ਕਾਰਨ ਇਹ ਤਿੰਨੇ ਚੀਜ਼ਾਂ ਜਿਹੜੀਆਂ ਗੁਲਾਮ ਹੋ ਜਾਂਦੀਆਂ ਹਨ। ਪਹਿਲੀ ਉਦਾਹਰਨ ਦਿੱਤੀ ਹੈ ਭਗਤ ਕਬੀਰ ਜੀ ਨੇ ਤਾਕਤ ਦੀ, ਤੇ ਦੁਨੀਆ ਦਾ ਸਭ ਤੋਂ ਤਾਕਤਵਰ ਜਿਹੜਾ ਜਾਨਵਰ ਹੈ ਉਹ ਹੈ ਹਾਥੀ, ਕਿਉਂਕਿ ਹਾਥੀ ਜਿੰਨੀ ਤਾਕਤ ਕਿਸੇ ਜਾਨਵਰ ਵਿੱਚ ਨਹੀਂ ਹੈ। ਤੇ ਭਗਤ ਕਬੀਰ ਜੀ ਨੇ ਉਦਾਹਰਨਾਂ ਜਿਹੜੀਆਂ ਜਾਨਵਰਾਂ ਦੀਆਂ, ਪੰਛੀਆਂ ਦੀਆਂ ਹੀ ਲਈਆਂ ਨੇ, ਪਰ ਜਿਹੜੀ ਗੱਲ ਜਿਹੜੀ ਕੀਤੀ ਹੈ ਤਾਕਤ, ਸੁੰਦਰਤਾ ਅਤੇ ਚਤੁਰਾਈ ਦੀ, ਇਹਨਾਂ ਅੱਗੇ ਜਿਹੜੀ ਪੇਸ਼ ਮਨੁੱਖ ਦੀ ਵੀ ਕੋਈ ਨਹੀਂ ਚੱਲਦੀ। ਕਿਉਂਕਿ ਭਾਵੇਂ ਮਨੁੱਖ ਦੇ ਕੋਲ ਸੁੰਦਰਤਾ ਬਹੁਤ ਜ਼ਿਆਦੀ ਪ੍ਰਮਾਤਮਾ ਵੱਲੋਂ ਬਖਸ਼ੀ ਮਿਲੀ ਹੈ, ਭਾਵੇਂ ਤਾਕਤ ਬਹੁਤ ਜ਼ਿਆਦੀ ਮਿਲੀ ਹੈ, ਤੇ ਭਾਵੇਂ ਮਨੁੱਖ ਚਲਾਕ ਵੀ ਬੜਾ ਜ਼ਿਆਦਾ ਹੈ, ਪਰ ਜੇ ਉਹਨੂੰ ਵੀ ਪ੍ਰਸ਼ਾਦਾ ਪਾਣੀ ਨਾ ਮਿਲੇ ਤੇ ਉਹ ਵੀ ਜਿਹੜਾ ਜਾਨਵਰਾਂ ਦੇ ਵਾਂਗੂ ਗੁਲਾਮ ਬਣ ਜਾਂਦਾ ਹੈ। ਪਹਿਲੀ ਉਦਾਹਰਨ ਦਿੱਤੀ ਹਾਥੀ ਦੀ। ਹਾਥੀ ਬਹੁਤ ਜ਼ਿਆਦਾ ਤਾਕਤਵਰ ਹੈ, ਉਹਦੀ ਤਾਕਤ ਦਾ ਮੁਕਾਬਲਾ ਕੋਈ ਜਾਨਵਰ ਨਹੀਂ ਕਰ ਸਕਦਾ। ਪਰ ਭਗਤ ਕਬੀਰ ਜੀ ਕਹਿੰਦੇ ਭੁੱਖ ਦੇ ਕਾਰਨ ਉਹ ਗੁਲਾਮੀ ਸਵੀਕਾਰ ਕਰਦਾ ਹੈ। ਕਿਵੇਂ? ਭਗਤ ਜੀ ਕਹਿੰਦੇ ਹਨ, ਜਦੋਂ ਮਹਾਵਤ ਨੇ ਹਾਥੀ ਨੂੰ ਗੁਲਾਮ ਬਣਾਉਣਾ ਹੁੰਦਾ ਹੈ ਤਾਂ ਹਾਥੀ ਨੂੰ ਗੁਲਾਮ ਬਣਾਉਣ ਵਾਸਤੇ ਜੰਗਲ ਦੇ ਵਿੱਚ ਇੱਕ ਟੋਆ ਪੁੱਟਿਆ ਜਾਂਦਾ ਹੈ। ਉਸ ਟੋਵੇ ਨੂੰ ਢੱਕ ਕੇ ਉਹਦੇ ਉੱਤੇ ਕਾਗਜ਼ ਦੀ ਜਾਂ ਲੱਕੜ ਦੀ ਹਥਨੀ ਬਣਾ ਕੇ ਰੱਖ ਦਿੱਤੀ ਜਾਂਦੀ ਹੈ। ਤੇ ਜਿਹੜਾ ਹਾਥੀ ਹੈ ਉਹਦੇ ਅੰਦਰ ਪ੍ਰਮਾਤਮਾ ਦੇ ਵੱਲੋਂ ਜਿਹੜੀ ਕਾਮ ਵਾਸ਼ਨਾ ਬਹੁਤ ਜ਼ਿਆਦਾ ਹੁੰਦੀ ਹੈ। ਤੇ ਇਸੇ ਕਰਕੇ ਸਤਿਗੁਰੂ ਨੇ ਜਦੋਂ ਬਾਣੀ ਵਿੱਚ ਜ਼ਿਕਰ ਕੀਤਾ ਕਿ ਹੇ ਮਨੁੱਖ, ਇਹ ਮਤਾ ਸਮਝੀ ਕਿ ਆਵਾਗੌਣ ਜਿਹੜਾ ਹੈ ਇਹ ਮਨੁੱਖਾ ਸਰੀਰ ਖਤਮ ਹੋਣ ਤੋਂ ਬਾਅਦ ਤੇਰਾ ਸ਼ੁਰੂ ਹੋਵੇਗਾ। ਸਤਿਗੁਰੂ ਜੀ ਕਹਿੰਦੇ ਇੱਕ ਆਵਾਗੌਣ ਉਹ ਹੈ ਜਦੋਂ ਮਨੁੱਖਾ ਸਰੀਰ ਖਤਮ ਹੋਵੇਗਾ ਤੇ ਦੂਜੀਆਂ ਜੂਨਾਂ ਵਿੱਚ ਪਟਕੇਗਾ, ਚਾਰ ਪਾਂਵ ਦੋਏ ਸਿੰਘ ਮੁਖ ਗੁੰਗ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂਡ ਲੁਕਾਈ ਹੈ। ਇੱਕ ਆਵਾਗੌਣ ਹੈ, ਪਰ ਇੱਕ ਆਵਾਗੁਣ ਆ ਮਨੁੱਖਾ ਸਰੀਰ ਵਿੱਚ ਅਸੀਂ ਜਿਹੜਾ ਰੋਜ਼ ਜਿਹੜਾ ਵਾ ਮਰਦੇ ਹਾਂ ਤੇ ਜੰਮਦੇ ਹਾਂ, ਉਹ ਕਿਵੇਂ? ਜਦੋਂ ਪ੍ਰਮਾਤਮਾ ਦੇ ਵੱਲੋਂ ਇਹ ਵਿਕਾਰਾਂ ਦੇ ਵਿੱਚ ਮਨੁੱਖ ਖਚਿਤ ਹੁੰਦਾ ਹੈ ਤੇ ਜਦੋਂ ਮਨੁੱਖ ਕਾਮ ਵਾਸਨਾ ਵਿੱਚ ਪੈਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਉਹ ਮਨੁੱਖ ਸਰੀਰ ਕਰਕੇ ਭਾਵੇਂ ਮਨੁੱਖ ਹੈ, ਪਰ ਅਸਲ ਵਿੱਚ ਉਹ ਹਾਥੀ ਦੀ ਚੋਣ ਜਿਹੜਾ ਭੋਗ ਰਿਹਾ ਹੈ। ਕਿਉਂਕਿ ਹਾਥੀ ਦੇ ਵਿੱਚ ਕਾਮ ਵਾਸਨਾ ਬਹੁਤ ਜ਼ਿਆਦੀ ਹੈ ਤੇ ਮਨੁੱਖ ਦੇ ਵਿੱਚ ਜਦੋਂ ਕਾਮ ਵਾਸਨਾ ਆਉਂਦੀ ਹੈ ਉਦੋਂ ਮਨੁੱਖ ਸਰੀਰ ਕਰਕੇ ਮਨੁੱਖ ਹੈ, ਪਰ ਅਸਲ ਵਿੱਚ ਹੈ ਉਹ ਹਾਥੀ ਦੀ ਚੋਣ ਭੋਗ ਰਿਹਾ ਹੈ। ਜਦੋਂ ਮਨੁੱਖ ਅੰਦਰ ਲਾਲਚ ਆਉਂਦਾ ਹੈ ਤਾਂ ਉਹ ਲਾਲਚ ਭਾਵੇਂ ਜਿਹੜਾ ਮਨੁੱਖ ਸਰੀਰ ਦੇ ਵਿੱਚ ਹੈ, ਪਰ ਅਸਲ ਵਿੱਚ ਉਹ ਕੁੱਤੇ ਦੀ ਜੂਨ ਜਿਹੜਾ ਭੋਗ ਰਿਹਾ, ਕਿਉਂਕਿ ਕੁੱਤੇ ਦੇ ਵਰਗਾ ਜਿਹੜਾ ਲਾਲਚ ਕਿਸੇ ਕੋਲ ਨਹੀਂ। ਤੇ ਜਦੋਂ ਮਨੁੱਖ ਮੋਹ ਵਿੱਚ ਪੈਂਦਾ ਹੈ ਤਾਂ ਮੋਹ ਜਿਹੜਾ ਬਾਂਦਰ ਦੀ ਜੂਨ ਭੋਗ ਰਿਹਾ, ਕਿਉਂਕਿ ਬਾਂਦਰ ਜਿਹੜਾ ਹੈ ਉਹ ਮਰੇ ਹੋਏ ਜਾਨਵਰ ਨੂੰ ਆਪਣੇ ਬੱਚੇ ਨੂੰ ਉਨਾ ਚਿਰ ਤੱਕ ਛੱਡਦਾ ਨਹੀਂ ਜਿੰਨਾ ਚਿਰ ਤੱਕ ਉਹ ਦੂਸਰੇ ਬੱਚੇ ਨੂੰ ਜਨਮ ਨਹੀਂ ਦੇ ਦਿੰਦਾ। ਬਾਂਦਰ ਜਿਹੜਾ ਹੈ ਉਹ ਮੋਹ ਵਿੱਚ ਖਚਿਤ ਹੈ ਤੇ ਮਨੁੱਖ ਵੀ ਜਿਹੜਾ ਇਹਨਾਂ ਵਿਕਾਰਾਂ ਵਿੱਚ ਖਚਿਤ ਹੋ ਕੇ ਮਨੁੱਖਾ ਸਰੀਰ ਦੇ ਰਾਹੀਂ ਵੱਖ-ਵੱਖ ਜੂਨਾਂ ਵਿੱਚ ਭਟਕਦਾ ਹੈ। ਪਰ ਭਗਤ ਕਬੀਰ ਜੀ ਕਹਿੰਦੇ ਹਾਥੀ ਉਹਨੂੰ ਫੜਨ ਵਾਸਤੇ ਟੋਆ ਪੁੱਟਿਆ ਗਿਆ, ਉਹਦੇ ਉੱਤੇ ਹਥਨੀ ਰੱਖੀ ਗਈ, ਉਹਨੂੰ ਜਿਹੜਾ ਫੜਨ ਵਾਸਤੇ ਜਿਹੜਾ ਕਾਮ ਵਾਸਨਾ ਵਿੱਚ ਹਾਥੀ ਆਇਆ, ਜਦੋਂ ਹਥਨੀ ਦੇ ਕੋਲ ਆਇਆ ਹੈ ਤਾਂ ਉਸ ਟੋਵੇ ਦੇ ਵਿੱਚ ਡਿੱਗ ਪਿਆ ਤੇ ਮੁਹਾਵਤ ਨੇ ਕੀਤਾ ਕਿ ਉਹਨੂੰ ਕੱਢਿਆ ਨਹੀਂ ਬਾਹਰ, ਉਹਨੂੰ ਖਾਣਾ ਨਹੀਂ ਦਿੱਤਾ, ਉਹਨੂੰ ਪੀਣ ਵਾਸਤੇ ਕੁਝ ਨਹੀਂ ਦਿੱਤਾ। ਤੇ ਜਦੋਂ 3-4 ਦਿਨ ਇਦਾਂ ਬਤੀਤ ਹੋ ਜਾਂਦੇ ਹਨ ਤੇ ਜਿਹੜਾ ਹਾਥੀ ਇੱਕ ਆਵਾਜ਼ ਕੱਢਦਾ ਹੈ, ਜਿਸ ਆਵਾਜ਼ ਨੂੰ ਮੁਹਾਵਤ ਸਮਝ ਜਾਂਦਾ ਹੈ ਕਿ ਇਹ ਹਾਥੀ ਹੁਣ ਮੇਰੀ ਗੁਲਾਮੀ ਕਰਨ ਵਾਸਤੇ ਤਿਆਰ ਹੋ ਗਿਆ ਹੈ। ਬਾਕੀ ਇੰਨੀ ਤਾਕਤ ਵਾਲਾ ਹਾਥੀ ਉਹ ਵੀ ਭੁੱਖ ਦੇ ਕਾਰਨ ਇੱਕ ਬੰਦੇ ਦਾ ਗੁਲਾਮ ਬਣ ਗਿਆ ਤੇ ਸਾਰੀ ਉਮਰ ਉਸ ਮੁਹਾਵਤ ਦੇ ਕੁੰਡੇ ਸਹਾਰਦਾ ਹੋਇਆ, ਜਿਹੜਾ ਸਾਰੀ ਉਮਰ ਗੁਲਾਮ ਬਣ ਕੇ ਹਾਥੀ ਬਤੀਤ ਕਰਦਾ ਹੈ। ਭਗਤ ਕਬੀਰ ਜੀ ਕਹਿੰਦੇ ਹਾਥੀ ਦੀ ਤਾਕਤ ਬਹੁਤ ਜ਼ਿਆਦੀ ਹੈ, ਪਰ ਭੁੱਖ ਦੇ ਕਾਰਨ ਉਹਨੂੰ ਗੁਲਾਮੀ ਸਵੀਕਾਰ ਕਰਨੀ ਪੈ ਗਈ। ਦੂਸਰੀ ਉਦਾਹਰਨ ਦਿੱਤੀ ਹੈ ਚਤੁਰਾਈ ਦੀ, ਤੇ ਦੁਨੀਆ ਦਾ ਸਭ ਤੋਂ ਚਲਾਕ ਜਿਹੜਾ ਹੈ ਉਹ ਹੈ ਬਾਂਦਰ। ਬਾਂਦਰ ਵਰਗੀ ਚਤੁਰਾਈ ਚਲਾਕੀ ਕਿਸੇ ਕੋਲ ਨਹੀਂ ਹੈ, ਪਰ ਬਾਂਦਰ ਵੀ ਜਿਹੜਾ ਭੁੱਖ ਦੇ ਕਾਰਨ ਗੁਲਾਮ ਬਣਦਾ ਹੈ। ਬਾਂਦਰ ਨੂੰ ਫੜਨ ਵਾਸਤੇ ਮਦਾਰੀ ਉਹਨੇ ਇੱਕ ਜਿਹੜਾ ਬਰਤਨ ਲੈਣਾ, ਉਸ ਸਾਈਡ ਦਾ ਜਿਸ ਸਾਈਡ ਦੇ ਬਾਂਦਰ ਦੇ ਹੱਥ ਜਾਂ ਪੈਰ ਹਨ ਉਹਨੇ ਉਸ ਵਿੱਚ ਜਿਹੜਾ ਵਾ ਛੋਲੇ ਪਾ ਦੇਣੇ, ਉਹਨੂੰ ਧਰਤੀ ਦੇ ਵਿੱਚ ਗੱਡ ਦੇਣਾ ਤੇ ਬਾਂਦਰ ਜਿਹੜਾ ਛੋਲਿਆਂ ਦੇ ਲਾਲਚ ਵਿੱਚ ਆਉਂਦਾ ਹੈ
ਜਦੋਂ ਆਇਆ ਉਹਨੇ ਛੋਲਿਆਂ ਨੂੰ ਫੜਨ ਵਾਸਤੇ ਆਪਣਾ ਹੱਥ ਵਿੱਚ ਪਾਇਆ ਹੈ। ਹੱਥ ਸੌਖਾ ਪਿਆ, ਪਰ ਜਦੋਂ ਕੱਢਣ ਲੱਗਾ ਮੁੱਠੀ ਬੰਦ ਹੋ ਗਈ। ਤੇ ਜੇ ਮੁੱਠੀ ਛੱਡਦਾ ਵਾ ਹੱਥ ਵਿੱਚ ਆਉਂਦਾ ਕੁਝ ਨਹੀਂ, ਭੁੱਖ ਉਹਦੀ ਦੂਰ ਨਹੀਂ ਹੋਵੇਗੀ। ਤੇ ਜੇ ਨਹੀਂ ਛੱਡਦਾ ਤਾਂ ਫਿਰ ਜਿਹੜਾ ਮਦਾਰੀ ਉਹਨੂੰ ਗੁਲਾਮ ਬਣਾ ਕੇ ਘਰ ਘਰ ਵਿੱਚ ਜਾ ਕੇ ਨਚਾਉਂਦਾ ਹੈ। ਭਗਤ ਕਬੀਰ ਜੀ ਕਹਿੰਦੇ ਬਸ ਇਸੇ ਭੁੱਖ ਦਾ ਕਾਰਨ ਬਾਂਦਰ ਜਿਹੜਾ ਹੈ ਮਦਾਰੀ ਦੀ ਗੁਲਾਮੀ ਸਵੀਕਾਰ ਕਰ ਲੈਂਦਾ ਹੈ ਕਿ ਮੈਨੂੰ ਛੋਲੇ ਮਿਲ ਜਾਣਗੇ, ਮੇਰੀ ਭੁੱਖ ਦੂਰ ਹੋ ਜਾਵੇਗੀ। ਉਹਦੇ ਵਾਸਤੇ ਜਿਹੜਾ ਮਦਾਰੀ ਦੀ ਗੁਲਾਮੀ ਸਵੀਕਾਰ ਕਰ ਲੈਂਦਾ ਹੈ। ਤੀਸਰੀ ਉਦਾਹਰਨ ਜਿਹੜਾ ਬਹੁਤ ਸੁੰਦਰਤਾ ਦੀ ਹੈ। ਆਮ ਕਰਕੇ ਜਿਹੜਾ ਸੁੰਦਰ ਜਿਹੜਾ ਮੋਰ ਮੰਨਿਆ ਜਾਂਦਾ ਹੈ ਕਿ ਮੋਰ ਵਰਗੀ ਸੁੰਦਰਤਾ ਕਿਸੇ ਕੋਲ ਨਹੀਂ, ਪਰ ਭਗਤ ਕਬੀਰ ਜੀ ਨੇ ਇਸ ਸ਼ਬਦ ਦੇ ਵਿੱਚ ਸੁੰਦਰ ਜਿਹੜਾ ਮੰਨਿਆ ਹੈ ਉਹ ਮੋਰ ਨਹੀਂ ਮੰਨਿਆ, ਕਿਉਂਕਿ ਮੋਰ ਜਿਹੜਾ ਸੁੰਦਰ ਬਹੁਤ ਜ਼ਿਆਦਾ ਹੈ, ਪਰ ਪੈਰਾਂ ਕਰਕੇ ਉਹ ਬੇਸੂਰਤ ਹੈ। ਆਪਣੇ ਪੈਰਾਂ ਨੂੰ ਵੇਖਦਾ ਜਦੋਂ ਮੋਰ ਤਾਂ ਉਹਨੂੰ ਸ਼ਰਮ ਆਉਂਦੀ ਹੈ ਕਿ ਮੈਨੂੰ ਆ ਜਿਹੜੀ ਜੂਨ ਕਿਹੜੀ ਗੱਲੋਂ ਮਿਲੀ ਹੈ, ਕਿਉਂਕਿ ਪੈਰ ਉਹਦੇ ਜਿਹੜੇ ਵੇਖਣ ਯੋਗ ਨਹੀਂ ਹਨ। ਜਿਸ ਕਰਕੇ ਭਗਤ ਕਬੀਰ ਜੀ ਨੇ ਸੁੰਦਰਤਾ ਲਈ ਜਿਹੜਾ ਮੋਰ ਸ਼ਬਦ ਨਹੀਂ ਵਰਤਿਆ, ਸੁੰਦਰਤਾ ਦੇ ਲਈ ਉਹਨੇ ਵਰਤਿਆ ਹੈ ਤੋਤਾ। ਤੋਤਾ ਜਿਹੜਾ ਬਹੁਤ ਸੁੰਦਰ ਹੈ ਤੇ ਉਹਦੀ ਸੁੰਦਰਤਾ ਦੀਆਂ ਕਈ ਕੁਆਲਿਟੀਆਂ ਵੀ ਉਹਦੇ ਵਿੱਚ ਹਨ। ਉਹ ਕੁਆਲਿਟੀਆਂ ਕਿਹੜੀਆਂ ਕਿਹੜੀਆਂ ਉਹ ਆਪਾਂ ਕਿਸੇ ਫਿਰ ਦਿਨ ਸਾਂਝੀਆਂ ਕਰਾਂਗੇ। ਭਗਤ ਕਬੀਰ ਜੀ ਕਹਿੰਦੇ ਤੋਤਾ ਸੁੰਦਰ ਹੈ, ਪਰ ਇਹ ਵੀ ਭੁੱਖ ਲਈ ਗੁਲਾਮ ਬਣ ਗਿਆ। ਤੋਤੇ ਦੀ ਖੁਰਾਕ ਮਿਰਚਾਂ ਹਨ, ਤੇ ਜਦੋਂ ਸ਼ਿਕਾਰੀ ਨੇ ਤੋਤੇ ਨੂੰ ਫੜਨਾ ਹੁੰਦਾ ਹੈ ਉਹਨੇ ਇੱਕ ਢੋਲ ਤਿਆਰ ਕਰਨਾ। ਢੋਲ ਜੇ ਸੌਖੇ ਤਰੀਕੇ ਨਾਲ ਆਪਾਂ ਸਮਝਣਾ ਹੋਵੇ, ਦੋ ਡੰਡੇ ਇੱਧਰ ਗੱਡ ਲੈਣੇ, ਦੋ ਡੰਡੇ ਇੱਧਰ ਗੱਡ ਕੇ ਇੱਕ ਡੰਡਾ ਉਹਨੇ ਉੱਤੇ ਬੰਨ੍ਹ ਦੇਣਾ। ਜਿਹੜਾ ਡੰਡਾ ਉੱਤੇ ਵੱਧਾ ਹੈ ਉਹਦੇ ਨਾਲ ਇੱਕ ਜਿਹੜਾ ਵਾ ਬਰਤਨ ਲਮਕਾ ਦੇਣਾ, ਜਿਹਦੇ ਵਿੱਚ ਜਿਹੜਾ ਪਾਣੀ ਪਾ ਦੇਣਾ, ਕੁਝ ਮਿਰਚਾਂ ਪਾ ਦੇਣੀਆਂ, ਤੇ ਇੱਕ ਪੈਪ ਜਿਹੜੀ ਉਸ ਤਰੀਕੇ ਦੀ ਰੱਖ ਦੇਣੀ ਜਿਹਦੇ ਨਾਲ ਤੋਤਾ ਜਿਹੜਾ ਗੁਲਾਮ ਬਣੇਗਾ। ਕਿਉਂਕਿ ਉਹਨੂੰ ਪਤਾ ਹੈ ਜਦੋਂ ਇਸ ਪੈਪ ਤੇ ਆ ਕੇ ਮਿਰਚਾਂ ਨੂੰ ਫੜਨ ਦਾ ਯਤਨ ਕਰੇਗਾ ਤਾਂ ਤੋਤੇ ਦੀ ਧੌਣ ਦਾ ਭਾਰ ਅੱਗੇ ਪੈਣਾ ਹੈ ਤੇ ਪੈਪ ਘੁੰਮ ਜਾਣੀ ਹੈ। ਤੇ ਸਭ ਤੋਂ ਜ਼ਿਆਦਾ ਡਰ ਜਿਹੜਾ ਪਾਣੀ ਤੋਂ ਤੋਤੇ ਨੂੰ ਲੱਗਦਾ ਹੈ, ਕਿਉਂਕਿ ਤੋਤਾ ਪਾਣੀ ਵਿੱਚ ਡਿੱਗਿਆ ਨਹੀਂ ਤੇ ਉਹਦੀ ਮੌਤ ਹੋਈ ਨਹੀਂ। ਜਿਸ ਕਰਕੇ ਭਗਤ ਕਬੀਰ ਜੀ ਕਹਿੰਦੇ ਤੋਤੇ ਨੂੰ ਫੜਨ ਵਾਸਤੇ ਇੱਕ ਢੋਲ ਦੇ ਵਿੱਚ ਮਿਰਚਾਂ ਪਾਈਆਂ ਗਈਆਂ, ਉੱਤੇ ਪੈਪ ਰੱਖੀ ਗਈ। ਤੋਤਾ ਆਇਆ, ਮਿਰਚਾਂ ਫੜਨ ਲੱਗਾ ਪਰ ਪੈਪ ਘੁੰਮ ਗਈ, ਹੱਥ ਛੱਡਦਾ ਹੈ ਪਾਣੀ ਵਿੱਚ ਡੁੱਬ ਕੇ ਮਰਦਾ ਹੈ, ਤੇ ਜੇ ਨਹੀਂ ਛੱਡਦਾ ਤੇ ਪਿੰਜਰੇ ਵਿੱਚ ਕੈਦ ਹੁੰਦਾ ਹੈ। ਭਗਤ ਕਬੀਰ ਜੀ ਕਹਿੰਦੇ ਸੁੰਦਰ ਤੋਤਾ ਉਹ ਗੁਲਾਮੀ ਸਵੀਕਾਰ ਕਰ ਲੈਂਦਾ। ਮੌਤ ਨੂੰ ਗੁਲਾਮੀ ਉਹਦੇ ਵਾਸਤੇ ਚੰਗੀ ਹੈ, ਕਿਉਂਕਿ ਗੁਲਾਮ ਬਣ ਕੇ ਉਹਦੀ ਭੁੱਖ ਦੂਰ ਹੋ ਜਾਵੇਗੀ, ਪਰ ਜੇ ਪਾਣੀ ਵਿੱਚ ਡਿੱਗ ਪਿਆ ਉਹਨੂੰ ਮੌਤ ਨਸੀਬ ਹੋਵੇਗੀ। ਭਗਤ ਕਬੀਰ ਜੀ ਕਹਿੰਦੇ ਸੁੰਦਰਤਾ, ਚਤੁਰਾਈ ਅਤੇ ਤਾਕਤ ਭੁੱਖ ਦੇ ਅੱਗੇ ਗੁਲਾਮ ਬਣ ਗਏ, ਇਹਨਾਂ ਦੀ ਪੇਸ਼ ਕੋਈ ਨਾ ਗਈ। ਉਹ ਸ਼ਬਦ ਹੈ ਭਗਤ ਕਬੀਰ ਜੀ ਦਾ, ਕਾਲ ਬੋਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸੁਆਏ ਗਜ ਬਸ ਪਰਿਓ ਮਨ ਬੌਰਾ ਰੇ, ਅੰਕਸ ਸਹਿਓ ਸੀਸ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਨ ਕੋ ਸਹਸਾ ਪਰਿਓ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ, ਜਿਉ ਨਰਨੀ ਸਵੱਟਾ ਗਹਿਓ ਮਨ ਬੌਰਾ ਰੇ, ਤਿਉ ਮਾਇਆ ਇਹੋ ਵਿਵਹਾਰ, ਕੱਚਾ ਰੰਗ ਕਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਪਾਸਾਰ। ਕਹਿੰਦੇ ਆ ਤਿੰਨ ਜਿਹੜੇ ਸੁੰਦਰਤਾ, ਚਤੁਰਾਈ ਤੇ ਤਾਕਤ ਜਿਹੜੀ ਹੈ, ਭੁੱਖ ਦੇ ਅੱਗੇ ਗੁਲਾਮ ਬਣ ਗਏ। ਤੇ ਧੰਨ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਛੋਟੇ ਫਰਜ਼ੰਦ ਮਾਤਾ ਗੁਜਰ ਕੌਰ ਜੀ। 6 ਕਿਲੋ ਦਾ ਜਿਹੜਾ ਵਾ ਅਨੰਦਪੁਰ ਸਾਹਿਬ ਛੱਡਿਆ ਹੈ, 2 ਪ੍ਰਸ਼ਾਦੇ ਕੁੰਮੇ ਮਾਸ਼ਕੀ ਦੇ ਘਰੋਂ ਛਕੇ ਹਨ, ਤਾਂ ਕਿੰਨਾ ਸਮਾਂ ਤਸੀਹੇ ਝੱਲੇ ਹਨ। ਉਤੋਂ ਠੰਡ ਕਹਿਰਾਂ ਦੀ ਪੈ ਰਹੀ ਹੈ। ਅੱਜ ਵੀ ਜਿਹੜਾ ਵਾ ਉਹ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ, ਪਰ ਪ੍ਰਸ਼ਾਦਾ ਖਾਣ ਨੂੰ ਫਿਰ ਨਹੀਂ ਮਿਲਿਆ, ਪਰ ਗੁਲਾਮੀ ਸਵੀਕਾਰ ਨਹੀਂ ਕੀਤੀ। ਕਿਉਂ? ਕਿਉਂਕਿ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ, ਸਤਿਗੁਰੂ ਜੀ ਨੇ ਬਾਣੀ ਵਿੱਚ ਇੱਕ ਕਿਹਾ ਹੈ ਕਿ ਮੱਛੀ ਦੀ ਖੁਰਾਕ ਉਹ ਪਾਣੀ ਹੈ ਤੇ ਸਿੱਖ ਦੀ ਖੁਰਾਕ ਉਹ ਬਾਣੀ ਹੈ। ਜਿਸ ਮਨੁੱਖ ਦੇ ਕੋਲ ਜਾਂ ਜਿਸ ਸਿੱਖ ਦੇ ਕੋਲ ਗੁਰੂ ਦੀ ਬਾਣੀ ਹੋਵੇਗੀ, ਪ੍ਰਮਾਤਮਾ ਦਾ ਨਾਮ ਹੋਵੇਗਾ, ਪ੍ਰਮਾਤਮਾ ਦੀ ਯਾਦ ਵਿੱਚ ਜੁੜੇਗਾ। ਬਾਹਰੀ ਤੌਰ ਤੇ ਪ੍ਰਸ਼ਾਦਾ ਭਾਵੇਂ 5 ਦਿਨ ਨਾ ਮਿਲੇ ਤੇ ਭਾਵੇਂ 7 ਦਿਨ ਨਾ ਮਿਲੇ, ਉਹਨੂੰ ਆਤਮਾ ਦੀ ਖੁਰਾਕ ਮਿਲੀ ਜਾਵੇ, ਉਹ ਮਨੁੱਖ ਭੁੱਖਾ ਨਹੀਂ ਮਰੇਗਾ। ਕਿਉਂਕਿ ਜਿੰਨਾ ਚਿਰ ਆਤਮਾ ਮਨ ਬਲਵਾਨ ਹੈ,
ਉਹਨਾਂ ਚਿਰ ਤੱਕ ਮਨੁੱਖ ਦਾ ਸਰੀਰ ਦਾ ਕੁਝ ਨਹੀਂ ਵਿਗੜਦਾ। ਤੇ ਜਿਸ ਵਕਤ ਆਤਮਾ ਜਿਹੜੀ ਹੈ ਬਾਣੀ ਵੱਲੋਂ ਨਾਮ ਸਿਮਰਨ ਵੱਲੋਂ ਭੁੱਖੀ ਮਰ ਜਾਵੇ, ਉਸ ਦਿਨ ਸਰੀਰ ਨੂੰ ਭਾਵੇਂ 36 ਪ੍ਰਕਾਰ ਦੇ ਪਦਾਰਥ ਮਿਲੀ ਜਾਣ, ਉਹ ਮਨੁੱਖ ਦਾ ਸਰੀਰ ਜਿਹੜਾ ਕਿਸੇ ਕੰਮ ਦਾ ਨਹੀਂ ਹੈ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸੇ ਕਰਕੇ ਕਿਹਾ ਹੈ ਕਿ ਮਨੁੱਖ, ਜੇ ਤੂੰ ਭੁੱਖ ਤੋਂ ਬਿਨਾਂ ਵੀ ਰਹਿਣਾ ਚਾਹੁੰਦਾ ਵਾ ਤਾਂ ਫਿਰ ਇੱਕ ਕੰਮ ਕਰੀ, ਰੱਬ ਦਾ ਪੱਲਾ ਨਾ ਛੱਡੇ, ਨਾਮ ਸਿਮਰਨਾ ਛੱਡੇ, ਬਾਣੀ ਪੜ੍ਹਨੀ ਨਾ ਛੱਡੇ, ਕਿਉਂਕਿ ਇਹ ਤੈਨੂੰ ਆਤਮਾ ਦੀ ਖੁਰਾਕ ਹੈ। ਮੱਛੀ ਦੀ ਖੁਰਾਕ ਪਾਣੀ ਹੈ ਤੇ ਗੁਰੂ ਦੇ ਸਿੱਖ ਦੀ ਖੁਰਾਕ ਉਹ ਬਾਣੀ ਹੈ। ਜੇ ਬਾਣੀ ਨੂੰ ਪੜ੍ਹਦਾ ਰਵੇਂਗਾ, ਬਾਣੀ ਨੂੰ ਜੀ ਆਵੇਂਗਾ ਤੇ ਤੇਰਾ ਅੰਦਰ ਜਿਹੜਾ ਬਲਵਾਨ ਰਵੇਗਾ। ਜਿਸ ਕਾਰਨ ਬੱਚਿਆਂ ਦੇ ਕੋਲ ਬਾਣੀ ਹੈ, ਮਾਤਾ ਜੀ ਕੋਲ ਬਾਣੀ ਹੈ, ਮਾਤਾ ਜੀ ਕੋਲ ਬੱਚਿਆਂ ਕੋਲ ਰੱਬ ਦੀ ਯਾਦ ਹੈ। ਬਾਹਰੀ ਤੌਰ ਤੇ ਪ੍ਰਸ਼ਾਦਾ ਕਈ ਦਿਨ ਹੋ ਗਏ ਮਿਲੇ ਨਹੀਂ ਹਨ, ਪਰ ਆਤਮਾ ਦੀ ਖੁਰਾਕ ਕਰਕੇ ਉਹ ਅੰਦਰੋਂ ਬਲਵਾਨ ਹਨ। ਰਾਤ ਨੂੰ ਮਾਤਾ ਜੀ ਨੇ ਸੋਦਰ ਦਾ ਜਾਪ ਕੀਤਾ ਹੈ, ਸੋਲਾ ਸਾਹਿਬ ਦਾ ਜਾਪ ਕੀਤਾ, ਤੇ ਰਾਤ ਨੂੰ ਜਿਹੜੀ ਹੈ ਠੰਡ ਉਹ ਸਰੀਰਾਂ ਨੂੰ ਚੀਰ ਰਹੀ ਹੈ। ਤੇ ਅਕਸਰ ਜਿਹੜੀ ਠੰਡ ਜਾਂ ਬੱਚਿਆਂ ਨੂੰ ਲੱਗੇਗੀ ਤੇ ਜਾਂ ਬਜ਼ੁਰਗਾਂ ਨੂੰ ਲੱਗੂਗੀ, ਪਰ ਬਾਣੀ ਨੇ ਇਹ ਵੀ ਚੀਜ਼ ਦਾ ਖੰਡਨ ਕਰਕੇ ਰੱਖ ਦਿੱਤਾ, ਕਿਉਂਕਿ ਇਹ ਸੰਸਾਰੀ ਤੌਰ ਤੇ, ਦੁਨਿਆਵੀ ਤੌਰ ਤੇ ਸਾਡੀਆਂ ਗੱਲਾਂ ਹਨ ਕਿ ਬੱਚਿਆਂ ਨੂੰ ਜ਼ਿਆਦਾ ਠੰਡ ਲੱਗਦੀ ਹੈ ਜਾਂ ਬਜ਼ੁਰਗਾਂ ਨੂੰ ਜ਼ਿਆਦਾ ਠੰਡ ਲੱਗਦੀ ਹੈ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨਹੀਂ, ਸੰਸਾਰ ਦੇ ਲੋਕੋ, ਜਿਹਦੇ ਕੋਲ ਰੱਬ ਦਾ ਨਾਮ ਹੈ, ਭਾਵੇਂ ਉਹ ਬੱਚਾ ਹੈ ਤੇ ਭਾਵੇਂ ਉਹ ਬੁੱਢਾ ਹੈ, ਉਹਦੀ ਠੰਡ ਕੁਝ ਵੀ ਨਹੀਂ ਵਿਗਾੜ ਕੇ ਰੱਖ ਸਕਦੀ। ਉਹ ਆਪਾਂ ਬਚਨ ਪੜ੍ਹਦੇ ਹਾਂ, ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸ਼ਾਹ। ਕਹਿੰਦੇ ਜਿਹਦਾ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਹੈ, ਉਹਨੂੰ ਕੱਕਰ ਜਿਹੜਾ ਭੋਖ ਤੁਖਾਰ ਜਿਹੜੀ ਹੈ ਉਹ ਵੀ ਪੋ ਨਹੀਂ ਸਕੇ, ਕਿਉਂਕਿ ਉਹਨੂੰ ਬਾਹਰੀ ਠੰਡ ਕੀ ਡਰਾਵੇਗੀ, ਉਹਨੂੰ ਅੰਦਰੋਂ ਵਿਕਾਰਾਂ ਦੀ ਠੰਡ ਵੀ ਡੁਲਾ ਨਹੀਂ ਸਕੇਗੀ। ਜਿਹਦੇ ਕੋਲ ਰੱਬ ਦਾ ਨਾਮ ਗਲੇ ਵਿੱਚ ਹੈ, ਜਿਹਦੇ ਕੋਲ ਰੱਬ ਦੀ ਯਾਦ ਗਲੇ ਵਿੱਚ ਹੈ, ਉਹਨੂੰ ਨਾ ਤਾਂ ਬਾਣੀ ਨਾ ਤਾਂ ਕੱਕਰ ਬਚਪਨ ਵਿੱਚ ਡੁਲਾ ਸਕੇਗਾ ਤੇ ਨਾ ਹੀ ਬੁਢੇਪੇ ਵਿੱਚ ਸਤਾਵੇਗਾ। ਤੇ ਇਸ ਗੱਲ ਨੂੰ ਕੱਲਾ ਗੁਰੂ ਸਾਹਿਬ ਨੇ ਕਿਹਾ ਨਹੀਂ, ਆਪਣੇ ਜੀਵਨ ਦੇ ਵਿੱਚ ਉਹਨੂੰ ਪ੍ਰੈਕਟੀਕਲ ਕਰਕੇ ਵਿਖਾ ਦਿੱਤਾ, ਕਿਉਂਕਿ ਛੋਟੇ ਬੱਚਿਆਂ ਦੀ ਉਮਰ 5 ਤੇ 7 ਸਾਲ ਹੈ। ਮਾਤਾ ਜੀ ਦੀ ਉਮਰ ਉਹ ਬੁਢੇਪੇ ਵਿੱਚ ਤਕਰੀਬਨ 70 ਸਾਲ ਦੇ ਕਰੀਬ ਹੈ, ਕਿਉਂਕਿ ਨਾ ਬੱਚਿਆਂ ਨੂੰ ਠੰਡ ਪੋਈ ਹੈ ਤੇ ਨਾ ਮਾਤਾ ਜੀ ਨੂੰ ਪੋਈ ਹੈ, ਕਿਉਂਕਿ ਬਾਣੀ ਦੇ ਕਾਰਨ ਉਹ ਠੰਡ ਤੋਂ ਨਿਰਲੇਪ ਹੋ ਚੁੱਕੇ ਹਨ। ਭੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਮਨ ਬੇਦਿਆ ਚਰਨਾਰ ਬਿੰਦ, ਦਰਸ਼ਨ ਡਗੜਾ ਸ਼ਾਹ। ਰਾਤ ਨੂੰ ਜਿਹੜਾ ਵਾ ਬੱਚਿਆਂ ਨੇ ਸੋਦਰ ਦਾ ਜਾਪ ਕੀਤਾ, ਸੋਹਿਲਾ ਸਾਹਿਬ ਦਾ ਜਾਪ ਕੀਤਾ ਹੈ, ਤੇ ਮਾਤਾ ਜੀ ਨੇ ਆਪਣੇ ਬੱਚਿਆਂ ਦੇ ਸਿਰਾਂ ਨੂੰ ਗੋਦ ਵਿੱਚ ਰੱਖਿਆ ਤੇ ਗੁਰੂ ਦੀਆਂ ਗੱਲਾਂ ਸੁਣਾਉਂਦਿਆਂ ਸੁਣਾਉਂਦਿਆਂ ਰਾਤ ਬਤੀਤ ਹੋਈ। ਅੰਮ੍ਰਿਤ ਵੇਲਾ ਹੋਇਆ ਹੈ ਤੇ ਮਾਤਾ ਜੀ ਨੇ ਫਿਰ ਬਾਣੀ ਦਾ ਲੜ ਨਹੀਂ ਛੱਡਿਆ, ਬਾਣੀ ਪੜ੍ਹੀ ਹੈ। ਤੇ ਇੰਨੇ ਚਿਰ ਨੂੰ ਜਿਹੜਾ ਸੂਰਜ ਦੇ ਟਿੱਕੇ ਨਿਕਲੇ, 2 ਸਿਪਾਹੀ ਆਏ ਹਨ ਤੇ 2 ਸਿਪਾਹੀ ਆ ਕੇ ਕਹਿਣ ਲੱਗੇ, ਮਾਤਾ ਜੀ ਬੱਚਿਆਂ ਦੀ ਪੇਸ਼ੀ ਹੈ, ਸਾਡੇ ਨਾਲ ਤੋਰੋ। ਤੇ ਮਾਤਾ ਜੀ ਕਹਿੰਦੇ, ਮੇਰੇ ਬੱਚਿਆਂ ਦਾ ਕਸੂਰ ਕੀ ਹੈ? ਨਾ ਇਹਨਾਂ ਕੋਈ ਚੋਰੀ ਕੀਤੀ, ਨਾ ਇਹਨਾਂ ਕਿਤੇ ਕੋਈ ਡਾਕਾ ਮਾਰਿਆ, ਨਾ ਕਿਸੇ ਦਾ ਕਤਲ ਕੀਤਾ, ਨਾ ਕੋਈ ਅਪਰਾਧ ਕੀਤਾ, ਤੇ ਪੇਸ਼ੀ ਕਿਸ ਕਾਰਨ ਦੀ? ਤੇ ਉਹ ਸਿਪਾਹੀ ਕਹਿ ਲਗੇ, ਮਾਤਾ ਜੀ ਅਸੀਂ ਤੇ ਨੌਕਰ ਹਾਂ ਹਕੂਮਤ ਦੇ, ਸਾਨੂੰ ਤੇ ਨੌਕਰੀ ਦਾ ਬਤਬਲ ਹੈ, ਸਾਨੂੰ ਇਹ ਨਹੀਂ ਪਤਾ ਕਿ ਤੁਹਾਡੇ ਬੱਚਿਆਂ ਦਾ ਕਸੂਰ ਕੀ ਹੈ। ਕਸੂਰ ਜਿਹੜਾ ਵਾ ਉਹ ਮੈਨੂੰ ਨਹੀਂ ਪਤਾ, ਸਾਨੂੰ ਤੇ ਇੰਨਾ ਪਤਾ ਕਿ ਬੱਚਿਆਂ ਨੂੰ ਕਚਹਿਰੀ ਵਿੱਚ ਖੜਨਾ ਹੈ। ਛੋਟੇ ਬੱਚਿਆਂ ਨੂੰ ਉਹ ਕਚਹਿਰੀ ਤੱਕ ਖੜਿਆ ਗਿਆ ਹੈ। ਉਹਦੇ ਵਾਸਤੇ ਵਜ਼ੀਰ ਖਾਨ ਨੂੰ ਸੁੱਚਾ ਨੰਦ ਨੇ ਸਲਾਹ ਦਿੱਤੀ ਕਿ ਜੇ ਉਦਾਂ ਨਾ ਚੁੱਕਣ ਬੱਚੇ ਤਾਂ ਇੱਕ ਤਰੀਕਾ ਹੈ, ਆਪਾਂ ਵੱਡਾ ਬੂਹਾ ਬੰਦ ਕਰੀਏ, ਛੋਟੀ ਬਾਰੀ ਖੋਲੀਏ, ਜਿਵੇਂ ਸਾਡੇ ਸਿਪਾਹੀ ਸਿਰ ਝੁਕਾ ਕੇ ਸਲਾਮ ਕਰਨਗੇ, ਉਹਨਾਂ ਦੇ ਮਗਰ ਲਾ ਕੇ ਬੱਚੇ ਵੀ ਇਦਾਂ ਕਰਨਗੇ, ਤੇ ਆਪਾਂ ਰੌਲਾ ਪਾ ਦੇਵਾਂਗੇ ਕਿ ਜਿਹੜਾ ਗੁਰੂ ਕਿਸੇ ਅੱਗੇ ਝੁਕਿਆ ਨਹੀਂ, ਉਹਦੇ ਗੁਰੂ ਦੇ ਬੱਚੇ ਸਾਡੇ ਅੱਗੇ ਝੁਕ ਗਏ ਹਨ। ਇਹ ਝੁਕਾਉਣ ਦਾ ਯਤਨ ਕੀਤਾ ਗਿਆ ਸੁੱਚਾ ਨੰਦ ਵੱਲੋਂ, ਵਜ਼ੀਰ ਖਾਨ ਦੇ ਵੱਲੋਂ, ਉੱਥੇ ਬੈਠੇ ਦਰਬਾਰੀਆਂ ਵੱਲੋਂ, ਤੇ ਦੋਵੇਂ ਸਾਹਿਬਜ਼ਾਦਿਆਂ ਨੇ ਉਹਨਾਂ ਦੀ ਇਸ ਚਾਲ ਨੂੰ ਜਿਹੜਾ ਵਾ ਫੇਲ ਕਰਕੇ ਰੱਖ ਦਿੱਤਾ। ਤੇ ਸਿੱਖੀ ਨੂੰ ਉਭਾਰਦਿਆਂ ਹੋਇਆਂ, ਗੁਰੂ ਦੇ ਆਸ਼ਿਆਂ ਤੇ ਤੁਰਦਿਆਂ ਹੋਇਆਂ, ਤੇ ਗੁਰੂ ਦੀ ਬਾਣੀ ਦਾ ਬਚਨ ਕਮਾਉਂਦਿਆਂ ਹੋਇਆਂ, ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓੜ ਤਹਾਰੀ, ਉੱਤੇ ਜਿੰਦਿਆਂ ਹੋਇਆਂ ਬੱਚਿਆਂ ਨੇ ਉਹਨਾਂ ਦੀ ਇਸ ਚਾਲ ਨੂੰ ਵੀ ਨਕਾਰਾ ਕਰਕੇ ਰੱਖ ਦਿੱਤਾ। ਕਿਵੇਂ ਫਿਰ ਬੱਚਿਆਂ ਨੂੰ ਲਾਜ ਦਿੱਤੇ ਗਏ,
ਡਰਾਇਆ ਗਿਆ, ਧਮਕਾਇਆ ਗਿਆ, ਧਰਮ ਪਰਿਵਰਤਨ ਕਰਨ ਵਾਸਤੇ ਕਿਹਾ ਗਿਆ। ਪਰ ਬੱਚੇ ਕਿਵੇਂ ਜਿਹੜਾ ਪਹਿਲੀ ਪੇਸ਼ੀ ਵਿੱਚ ਜਵਾਬ ਦਿੰਦੇ ਹਨ, ਉਹ ਵਿਚਾਰ ਆਪਾਂ ਕੱਲ ਨੂੰ ਕਰਾਂਗੇ, ਤਾਂ ਜੋ ਇਹ ਲੜੀ ਦੀ ਸਾਨੂੰ ਸਮਝ ਲੱਗ ਸਕੇ। ਸਤਿਗੁਰ ਜੀ ਕਿਰਪਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋਈਆਂ ਨੇ। ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।